आधारी सबना दीन आधारी नानक दास सत पाछै परियो नानक दास सत पाछै परियो राख लिखो ए बारी सतगुर आयो शरण तुहारी सतगुर आयो शरण तुहारी सतगुर आयो शरण तुहारी सतगुर आयो शरण तुहारी मिले सुख नाम हरे शोभा चिंता लाए हमारी मिले सुख नाम हरे शोभा चिंता लाए हमारी सतगुर आयो शरण तुहारी 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 सतगुर आयो शरण तुहारी। विच दुनिया शिव कमाया तादर गए बेसन पाया कहु नानक लुगाए नानक लुगाए कहु नानक लुगाए नानक कहु नानक लुगाए नानक लुढ़ाया विच दुनिया शिव कमाए तादर गए दर्शन पाए विच दुनिया शिव कमाए तादर गए दर्शन पाए कहु नानक लुगाया नानक लुगाया कहु नानक लुगाया नानक अछल छलाई नह छले नह खाओ कटारा कर सके
अछल छलाई नह छले नहकाऊ कटारा कर सके जो साहिब राखे तू रहे इस लोभी का जीव तल पले बिन तेल दीवा क्यों जला बिन तेल दीवा क्यों जले हो बिन तेल दीवा क्यों जले बिन तेल दीवा क्यों जले विच दुनिया शिव कमाया तादर गए बैसन पाया कहो नानक बाहा लुढ़ाया नानक बाहा लुढ़ाया कहो नानक बाहा लुढ़ाया नानक बाहा लुढ़ाया पोथी पुराण कमाया पावटी इत तन पाया पोथी पुराण कमाया पावटी इत तन पाया सच बूझण आण जलाया सच बूझण आण जलाया एव तेल दीवा जला घर चानण साहिब तो मिले एव तेल दीवा घर चानण साहिब तो मिले विच दुनिया शिव कमाया तादर गए बैसन कहो नानक बाहा लुढ़ाया नानक बाहा लुढ़ाया कहो नानक बाहा लुढ़ाया नानक बाहा इत तन लागे बाणिया सुख होवे शिव कमानिया इत तन लागे बाणिया सुख होवे शिव कमानिया सब दुनिया बन जानिया सब दुनिया बन जानिया सब दुनिया बन जानिया सब दुनिया बन जानिया विच दुनिया शिव कमाया तादर गए बैसन पाया नानक बाहा
कहु नानक बाहा लुटाए, नानक बाहा कहु नानक बाहा लुटाए, नानक बाहा ਸਤਿ ਸ੍ਰੀ ਅਕਾਲ। ਵਾਹ ਸ਼ਾਬਾਸ਼ ਸ਼ਾਬਾਸ਼। ਰੋਜ਼ ਇਸ ਤਰ੍ਹਾਂ ਕਰ ਦਿਓ ਸਾਰੇ ਨਾ, ਇੱਕ ਇੱਕ ਸ਼ਬਦ ਰੋਜ਼ ਕੋਈ ਇੱਕ ਜਣਾ ਹੋਰ ਸੁਣਾਏ, ਇੱਕ ਤੁਸੀਂ ਸੁਣਾਓ। ਹਾਂਜੀ, ਸਾਰਿਆਂ ਦਾ ਰਾਣੀ ਮਾਂ ਕਹਿੰਦੇ ਹਨ, ਸਾਰਿਆਂ ਦਾ ਨਾ ਉਤਸ਼ਾਹ ਫਿਰ ਘੱਟ ਜਾਂਦਾ ਵੀ ਸ਼ਬਦ ਸਾਡੇ ਕੋਲੋਂ ਪੜ੍ਹਾਉਂਦੇ ਹੀ ਨਹੀਂ ਅਤੇ ਉਹ ਫਿਰ ਮਿਹਨਤ ਨਹੀਂ ਕਰਦੇ। ਤੁਸੀਂ ਇਹ ਪੁੱਛਣਾ ਕਿਹੜਾ ਪੜ੍ਹੇਗਾ, ਜਿਹੜਾ ਜਿਹੜਾ ਇਕੱਠੇ ਕਰ ਦਿਓ ਇੱਕ ਸ਼ਬਦ ਰੋਜ਼, ਇੱਕ ਜਣਾ ਜਥਾ ਹੋਰ ਪੜ੍ਹੇ, ਇੱਕ ਤੁਸੀਂ ਪੜ੍ਹੋ। ਹਾਂਜੀ ਜਕਾਰਾ ਛੱਡੋ, ਆ ਜਾਓ। ਓ ਵਾਹ, ਬੋਲੇ ਸੋਹਣਿਆ ਸਤਿ ਸ੍ਰੀ ਅਕਾਲ। ਤੁਸੀਂ ਸਪੈਸ਼ਲ ਆਉਂਦੇ ਹੋ ਦੌੜ ਕੇ ਜਕਾਰਾ ਬੁਲਾ, ਤੁਸੀਂ ਧਿਆਨ ਰੱਖਦੇ ਹੋ। ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। रहो अभिगन असुपन जे चलता, तो निज भेस अर्प हों सलता। ਸਾਧ ਜੀ ਭਾਈ ਬਹਿਲੋ ਜੀ ਨੂੰ ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸੰਦੇਸ਼ ਦੇ ਕੇ ਭੇਜ ਕੇ ਬੁਲਾਇਆ। ਚੱਲ ਪਿਆ, ਪਰ ਇੱਕ ਉਸ ਕੰਡੀਸ਼ਨ ਲਾਈ, ਜੇ ਸਰਵਈਆ ਪੀਰ ਸਤਲੁਜ ਦਰਿਆ ਤੋਂ ਪਾਰ ਕਰਨ ਤੋਂ ਪਹਿਲਾਂ ਕੋਈ ਵਿਘਨ ਪਾ ਦੇਵੇ, ਮੈਨੂੰ ਨਾ ਜਾਣ ਦੇਵੇ, ਜਾਂ ਕੋਈ ਮੈਨੂੰ ਰਾਤ ਸੁੱਤਿਆਂ ਸੁਪਨਾ ਆ ਜਾਏ, ਜਾਂ ਮੇਰੀ ਅੱਖ ਲੱਗ ਜਾਏ, ਕਿਸੇ ਵੇਲੇ ਦਿਨੇ ਵੀ ਲੱਗ ਜਾਂਦੀ ਆ, ਅਤੇ ਮੈਨੂੰ ਸੁਪਨੇ 'ਚ ਰੋਕ ਦੇਵੇ, ਮੈਂ ਨਹੀਂ ਜਾਵਾਂਗਾ। ਜੇ ਉਹਨੇ ਨਾ ਰੋਕਿਆ ਸੁਪਨੇ 'ਚ ਵੀ ਅਤੇ ਪ੍ਰਤੱਖ ਵੀ, ਅਤੇ ਮੈਂ ਸਤਲੁਜ ਦਰਿਆ ਜਦੋਂ ਬੇੜੀ 'ਤੇ ਚੜ੍ਹਾਂਗਾ ਉਦੋਂ ਉਹਦਾ ਭੇਸ ਸਾਰਾ ਲਾ ਕੇ ਦਰਿਆ 'ਚ ਭੇਟਾ ਕਰ ਦਿਆਂਗਾ, ਅਤੇ ਸਤਿਗੁਰੂ ਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਮੁਰੀਦ ਹੋ ਜਾਵਾਂਗਾ। ਉਹ ਸਤਲੁਜ 'ਤੇ ਪਹੁੰਚ ਗਿਆ। ਇਮ ਮਨ ਧਾਰ ਚਲਿਓ ਮਗ ਮਾਹੇ। ਇੱਕ ਇੱਕ ਲਾਈਨ ਇਸ ਤਰ੍ਹਾਂ ਮਨ ਧਾਰ ਕੇ ਚੱਲ ਪਿਆ। ਹਾਂਜੀ, ਔਰ ਜੋ ਚਿੱਤਾ ਮਨ ਕੋ ਥਿਤ ਨਾਹੇ। ਦੁਚਿੱਤਾ ਹੋਇਆ ਹੈ, ਪਤਾ ਨਹੀਂ ਪਿਛਾ ਹੋਣਾ ਹੈ ਕਿ ਅੱਗੇ ਜਾਣਾ ਹੈ, ਮਨ ਅਸਥਿਰਤਾ ਵਿੱਚ ਨਹੀਂ। ਸਨੈ ਸਨੈ ਸਤ ਦਰਬ ਤਟ ਆਇਓ। ਸਹਿਜੇ ਸਹਿਜੇ ਸਤਲੁਜ ਦਰਿਆ ਤੇ ਆ ਗਿਆ। ਕਰ ਇਸ਼ਨਾਨ ਅਸਨ ਕੁਛ ਖਾਇਓ। ਸਤਲੁਜ ਦਰਿਆ ਦੇ ਕਿਨਾਰੇ ਆ ਕੇ ਇਸ਼ਨਾਨ ਕੀਤਾ, ਕੋਈ ਪ੍ਰਸ਼ਾਦ ਪਾਣੀ ਛਕਿਆ। ਤਰੀ ਤੀਰ ਥਿਤ ਪਿਖ ਕਰ ਤਿਆਰ। ਬੇੜੀ ਵੇਖੀ ਤਿਆਰ ਸੀ ਦਰਿਆ ਦੇ ਕਿਨਾਰੇ ਦੂਜੇ ਪਾਸੇ ਜਾਣ ਲਈ। ਚੜ ਬੈਠਿਓ ਉਲੰਘਣ ਹਿਤ ਪਾਰ। ਬੇੜੀ ਤੇ ਬੈਠ ਗਿਆ ਪਾਰ ਲੰਘਣ ਵਾਸਤੇ। ਜਬ ਪਰਵਾਹ ਮੈਂ ਨੌਕਾ ਆਈ। ਜਦੋਂ ਬੇੜੀ ਅੱਗੇ ਚੱਲ ਪਈ, ਅੱਧ ਵਿਚਕਾਰ ਆ ਗਈ। ਖੁੰਡੀ ਖਲੜਾ ਦੀਨ ਬਹਾਈ। ਉਹ ਖਲੜਾ ਜਿਹੜਾ ਪਾਇਆ ਸੀ ਨਾ ਉਹਦਾ, ਜਿਹਦੇ ਨਾਲ ਢੋਲ ਆਦਿਕ ਬਣਦਾ ਸੀ,
ਉਹ ਵੀ ਸੁੱਟ ਦਿੱਤਾ ਤੇ ਖੁੰਡੀ ਵੀ ਉਹਦੀ ਸੁੱਟ ਦਿੱਤੀ। ਸੰਸੈ ਛੋੜ ਏਕ ਦਿਸ਼ ਹੋਵਾ, ਸ਼ੰਸਾ ਮੁੱਕ ਗਿਆ, ਦੁਚਿੱਤਾ ਪਨ ਮੁੱਕ ਗਿਆ, ਇੱਕ ਦਿਸ਼ਾ ਵਾਲੀ ਹੋ ਗਿਆ, ਸਤਿਗੁਰੂ ਵੱਲ ਧਿਆਨ ਹੋ ਗਿਆ। ਕੂਰ ਤੁਰਕ ਕੋ ਮਾਨਨ ਜੋਵਾ, ਪਤਾ ਲੱਗ ਗਿਆ ਵੀ ਐਵੇਂ ਮੈਂ ਝੂਠੇ ਗੁਰੂ ਨੂੰ ਮੰਨਦਾ ਰਿਹਾ, ਉਹ ਤੇ ਪਖੰਡੀ ਸੀ, ਉਹ ਤੇ ਕੁਝ ਹੈ ਹੀ ਨਹੀਂ। ਬੜੇ ਪਰਵਾਹ ਬੀਚ ਸੋ ਕੇਰਾ, ਜ਼ਿਆਦਾ ਪਾਣੀ ਜਿੱਥੇ ਤੇਜ਼ ਸੀ ਨਾ ਉੱਥੇ ਸੁੱਟਿਆ ਵੀ ਵਾਪਸ ਕਿਤੇ ਅਟਕ ਨਾ ਜਾਏ, ਉੜ ਜਾਏ ਅੱਗੇ। ਦਵੈ ਕਰ ਬੰਦ ਨਿਮਿਓ ਤਿਸ ਬੇਰਾ, ਉਹ ਸੁੱਟ ਕੇ ਤੇ ਉੱਥੇ ਹੀ ਹੱਥ ਜੋੜ ਕੇ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਮਸਕਾਰ ਕੀਤੀ। ਚਿਤ ਮਹਿ ਨਿਸ਼ਚੈ ਕਰ ਧਰ ਆਸ, ਨਿਸ਼ਚਾ ਧਾਰ ਲਿਆ ਚਿੱਤ ਵਿੱਚ ਤੇ ਆਸਾ ਲੈ ਲਈ, ਸਤਿਗੁਰੂ ਦੀ ਆਸ ਕਰ ਲਈ। ਇਕ ਮਨ ਹੋਏ ਗਮਨਿਓ ਗੁਰ ਪਾਸ, ਹੁਣ ਇੱਕ ਮਨ ਹੋ ਕੇ ਦੁਚਿੱਤਾਪਨ ਖਤਮ ਹੋ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਕੋਲ ਆਇਆ। ਕ੍ਰਮ ਕ੍ਰਮ ਪੰਥ ਉਲੰਘਿਓ ਸਾਰਾ, ਸਹਿਜੇ ਸਹਿਜੇ ਸਫਰ ਕਰਦਿਆਂ ਸਤਲੁਜ ਤੋਂ ਆਏ ਪਹੁੰਚਿਓ ਗੁਰ ਦਰਬਾਰਾ, ਗੁਰੂ ਦਰਬਾਰ ਵਿੱਚ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਪਹੁੰਚ ਗਿਆ। ਬੈਠੇ ਜੇਠਾ ਪੁਰਖ ਕਿਰਪਾਲ, ਜਿਹੜੀ ਥਾਂ ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮੇਰਾਂ ਦੇ ਦਾਤੇ ਬੈਠੇ ਸਨ, ਕਰੈ ਖਨਾਵਨ ਅੰਮ੍ਰਿਤ ਤਾਲ, ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਜਿੱਥੇ ਕਰਾਉਂਦੇ ਪਏ ਸਨ। ਦੋਨੋਂ ਹਾਥ ਜੋੜ ਬੁਲਾਈ, ਦੋਨੋਂ ਹੱਥ ਜੋੜੇ, ਮੈਂ ਅਗਿਆਨੀ ਲਖੋ ਨਾ ਕਾਈ, ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮੈਂ ਸੱਚੇ ਪਾਤਸ਼ਾਹ ਗਿਆਨੀ ਆ, ਮੈਨੂੰ ਕੋਈ ਸੋਝੀ ਨਹੀਂ ਜੇ ਆਪ ਨੇ ਕਿਰਪਾ ਕੀਤੀ ਏ। ਬਿਰਦ ਗਰੀਬ ਨਿਵਾਜ ਤੁਮਾਰੇ, ਕਿਉਂਕਿ ਤੁਹਾਡਾ ਬਿਰਧ ਹੈ ਗਰੀਬਾਂ ਨੂੰ ਨਿਵਾਜਣਾ। ਸ਼ਰਨਾਗਤ ਕੇ ਨਿਤ ਰਖਵਾਰੇ, ਜਿਹੜਾ ਤੁਹਾਡੀ ਸ਼ਰਨ ਵਿੱਚ ਆਵੇ ਉਹਦੀ ਰਖਵਾਲੀ ਕਰਦੇ ਹੋ। ਰਾਵਰ ਕੇਰੇ ਆਸਰੇ ਆਏ, ਸੱਚੇ ਪਾਤਸ਼ਾਹ ਮੈਂ ਤੁਹਾਡਾ ਆਸਰਾ ਲੈ ਕੇ ਆਇਆ। ਕੋਟ ਜਨਮ ਨਿਤ ਸੰਕਟ ਪਾਏ, ਕਰੋੜਾਂ ਜਨਮਾਂ ਵਿੱਚ ਸੰਕਟ ਭੋਗਦਿਆਂ ਭੋਗਦਿਆਂ ਤੁਹਾਡੀ ਸ਼ਰਨ ਪ੍ਰਾਪਤ ਹੋਈ ਏ। ਲਾਜ ਨਾਮ ਆਪਣੇ ਕੀ ਰਾਖੋ, ਸੱਚੇ ਪਾਤਸ਼ਾਹ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਨ, ਆਪਣੇ ਨਾਮ ਦੀ ਲਾਜ ਰੱਖੋ। ਲੱਖ ਸੇਵਕ ਮੁਝ ਸੇਵਾ ਭਾਖੋ, ਮੈਨੂੰ ਸੇਵਕ ਜਾਣ ਕੇ ਤੁਸੀਂ ਬੁਲਾਇਆ ਹੈ, ਦੱਸੋ ਮੇਰੇ ਵਾਸਤੇ ਕੀ ਹੁਕਮ ਹੈ, ਕੀ ਸੇਵਾ ਕਰਨੀ ਮੈਂ। ਮਹਿਮਾ ਹਮ ਨਹਿ ਲਖੈ ਤੁਮਾਰੀ, ਤੁਹਾਡੀ ਮਹਿਮਾ ਤੇ ਅਸੀਂ ਜਾਣ ਨਹੀਂ ਸਕਦੇ, ਕਿਉਂਕਿ ਸਤਿਗੁਰੂ ਦੀ ਮਹਿਮਾ ਨਾ ਜਾਣੈ ਬੇਦ, ਬ੍ਰਹਮੈ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਉਹ ਪਰਮੇਸ਼ਰ ਰੂਪ ਨੇ ਸਤਿਗੁਰੂ, ਉਹ ਬੇਅੰਤ ਨੇ, ਉਹਨਾਂ ਦੀ ਮਹਿਮਾ ਨੂੰ ਕੌਣ ਜਾਣ ਸਕਦਾ ਹੈ। ਰਾਵਰ ਰੂਪ ਨਰਨ ਉਪਕਾਰੀ, ਸੱਚੇ ਪਾਤਸ਼ਾਹ ਆਪ ਜਿਹੜਾ ਮਨੁੱਖ ਜਾਮਾ ਪਹਿਨ ਕੇ ਆਏ ਹੋ, ਜੀਆਂ ਤੇ ਪਰਉਪਕਾਰ ਕਰਨ ਵਾਸਤੇ ਆਏ ਹੋ। ਬਿਨੈ ਸੁਨਤ ਸ੍ਰੀ ਅਰਜਨ ਗੁਰੂ, ਇਹ ਬੇਨਤੀ ਉਹਦੀ ਸੁਣ ਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਹੋਏ ਸ਼ਰਧਾ ਤੇ ਕਾਰਜ ਪੂਰ, ਮਹਾਰਾਜ ਕਹਿੰਦੇ ਨੇ ਭਾਈ ਪਿਆਰਿਆ, ਸ਼ਰਧਾ ਤੋਂ ਬਗੈਰ ਕਿਤੇ ਵੀ ਕੰਮ ਨਹੀਂ ਹੁੰਦਾ, ਕਿਤੇ ਵੀ ਮੰਨੇ ਕਿਤੇ ਵੀ ਜਾਏ, ਜੇ ਸ਼ਰਧਾ ਨਹੀਂ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਜੇ ਸ਼ਰਧਾ ਨਹੀਂ, ਭਾਵਨਾ ਨਹੀਂ, ਵਿਸ਼ਵਾਸ ਨਹੀਂ, ਭਰੋਸਾ ਨਹੀਂ, ਸਿਦਕ ਨਹੀਂ, ਪਿਆਰ ਨਹੀਂ, ਤੇ ਫਿਰ ਕੁਝ ਵੀ ਕੰਮ ਨਹੀਂ ਹੁੰਦਾ। ਮਤਲਬ ਬੱਧਾ ਚੱਟੀ ਜੋ ਪਏ, ਨਾ ਗੁਣ ਨਾ ਉਪਕਾਰ। ਦੇਵੀ ਤੇ ਸ਼ਰਧਾ ਹੀ ਬਣਨੀ ਪੈਂਦੀ, ਪਹਿਲੇ ਸ਼ਰਧਾ ਬੱਝੇ, ਭਾਵਨਾ ਬਣੇ ਤਾਂ ਕੰਮ ਬਣਦਾ। ਦੇਵੀ ਦੇਵਨ ਤੇ ਫਲ ਪਾਵਨ, ਮਹਾਰਾਜ ਕਹਿੰਦੇ ਨੇ
ਦੇਵੀ 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 ਦੇਵਤਿਆਂ ਕੋਲੋਂ ਦੇਵਲ ਜਿੰਨੇ ਮੰਦਰ ਨੇ ਧਰਮ ਸਥਾਨ ਨੇ ਉਥੋਂ ਵੀ ਫਲ ਤਾਂ ਮਿਲਦਾ ਹੈ ਜੇ ਸ਼ਰਧਾ ਹੋਏ। ਬ੍ਰਹਮਾ ਵਿਸ਼ਨ ਮਹੇਸ਼ਰ ਧਿਆਵਨ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਵੀ ਧਿਆਉਣਾ ਹੈ ਤੇ ਸ਼ਰਧਾ ਲੈਣੀ ਪੈਗੀ। ਅਕਬਰ ਬਾਦਸ਼ਾਹ ਇੱਕ ਵਾਰ ਕਹਿੰਦਾ ਬੀਰਬਲ ਸੰਤ ਜੋ ਚਾਹਨ ਕਰ ਸਕਦੇ ਨੇ, ਸੰਤ ਸਮਰੱਥ ਨੇ। ਬੀਰਬਲ ਕਹਿੰਦਾ ਨਹੀਂ, ਸੰਤ ਕੁਝ ਨਹੀਂ ਕਰ ਸਕਦੇ। ਉਹ ਬੀਰਬਲ ਨੂੰ ਕਹਿੰਦਾ ਇਹ ਕਿਵੇਂ ਹੋ ਸਕਦਾ, ਤੂੰ ਤੇ ਸਗੋਂ ਹਿੰਦੂ ਹੈ, ਤੈਨੂੰ ਇਹ ਸਮਝ ਹੈ ਕਿ ਸੰਤ ਜੋ ਚਾਹਨ ਕਰ ਸਕਦੇ ਨੇ, ਤੂੰ ਕਿਵੇਂ ਕਹਿੰਦਾ? ਮੈਂ ਤੇ ਕਹਿੰਦਾ ਸੰਤ ਜੋ ਚਾਹਨ ਕਰ ਸਕਦੇ ਨੇ। ਕਹਿੰਦਾ ਜੀ ਮੈਂ ਕਹਿੰਦਾ ਸੰਤ ਕੁਝ ਨਹੀਂ ਕਰ ਸਕਦੇ। ਕੀ ਕੰਮ ਕਰਦਾ ਫਿਰ, ਇਹਦਾ ਕੀ ਵਿਚਾਰ ਹੈ? ਕਹਿੰਦੇ ਨੇ ਇਹਦੀ ਭਾਵਨਾ, ਇਹਦੀ ਸ਼ਰਧਾ, ਇਹਦਾ ਵਿਸ਼ਵਾਸ ਕੰਮ ਕਰਦਾ, ਇਹਦਾ ਭਰੋਸਾ ਕੰਮ ਕਰਦਾ ਹੈ। ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਣ ਮੈਂ ਚੂਕ, ਅੰਧੇ ਏਕ ਨਾ ਲਾ ਗਈ, ਜੋ ਬਾਸ ਬਜਾਈ। ਸ਼ਰਧਾ ਨਾ ਹੋਵੇ ਤੇ ਸੱਚਾ ਸਤਿਗੁਰ ਵੀ ਕੁਝ ਨਹੀਂ ਕਰ ਸਕਦਾ। ਠੀਕ ਆਖਿਆ ਉਹਨਾਂ ਕਿ ਸੰਤ ਕੁਝ ਨਹੀਂ ਕਰ ਸਕਦੇ, ਸ਼ਰਧਾ ਭਾਵਨਾ ਸਿਦਕ ਦਾ ਕੰਮ ਕਰਦਾ। ਉਹ ਕਹਿੰਦਾ ਮੈਨੂੰ ਕੋਈ ਐਗਜ਼ਾਮਪਲ ਦੇ ਤਾਂ ਮੈਂ ਮੰਨਾਂਗਾ। ਐਗਜ਼ਾਮਪਲ ਦੇਤਾ, ਐਸਾ ਸਮਾਂ ਆ ਗਿਆ, ਇੱਕ ਉਹਨੇ ਮਜ਼ਾਕ ਬਣਵਾਤੀ। ਮਜ਼ਾਕ ਹੁੰਦੀ ਮਸੀਤ ਜਾਂ ਮਹਾਂਪੁਰਸ਼ ਦਾ ਸਥਾਨ ਕਿਸੇ ਦਾ, ਉੱਥੇ ਇੱਕ ਖੋਤਾ ਮਰਿਆ ਦੱਬ ਕੇ, ਉੱਥੇ ਉਸ ਬੜੇ ਸੇਵਾਦਾਰ ਲਾਤੇ ਜੀ, ਇਹ ਬੜੇ ਕਰਨੀ ਵਾਲੇ ਪੀਰ ਜ਼ਾਹਰਾ ਪੀਰ ਨੇ। ਇੱਥੇ ਜਿਹੜਾ ਚਲੀਸਾ ਕਰੇ 40 ਦਿਨ ਸ਼ਰਧਾ ਨਾਲ ਆਵੇ, ਉਹਦੀਆਂ ਸਾਰੀਆਂ ਭਾਵਨਾ ਪੂਰੀਆਂ ਹੁੰਦੀਆਂ ਨੇ, ਉਹਦੇ ਦੁੱਖ ਕੱਟੇ ਜਾਂਦੇ ਨੇ। ਉਹ ਆਗੂ ਸੀ, ਵਜ਼ੀਰ ਸੀ, ਪੈਸੇ ਦੇ ਦੇ ਕੇ ਬੰਦੇ ਲਾਤੇ ਕਿ ਪ੍ਰਚਾਰ ਕਰੋ, ਤੇ ਇੱਥੇ ਲੋਕੀ ਆਉਣ ਲੱਗ ਪੈਣ ਪੀਣ। ਉਹ ਕਈ ਰਾਜੀ ਵੀ ਹੋਣ ਲੱਗ ਪਏ। ਭਾਵਨਾ ਐਸੀ ਚੀਜ਼ ਹੈ। ਤੇ ਮਹਾਰਾਣੀ ਸਾਹਿਬ ਬਿਮਾਰ ਹੋ ਗਏ ਅਕਬਰ ਬਾਦਸ਼ਾਹ ਦੇ। ਉਹ ਵੈਦ ਕਹਿਣ ਲੱਗਾ ਇਹਨਾਂ ਦਾ ਇਲਾਜ ਮੇਰੇ ਕੋਲ ਤੇ ਹੁੰਦਾ ਨਹੀਂ, ਦਵਾਈ ਕੰਮ ਨਹੀਂ ਕਰਦੀ, ਕੋਈ ਮਹਾਂਪੁਰਸ਼ ਦਇਆ ਕਰੇ ਤੇ। ਉਹ ਅਕਬਰ ਬਾਦਸ਼ਾਹ ਕਹਿਣ ਲੱਗਾ ਕਿਹੜੇ ਮਹਾਂਪੁਰਸ਼ ਕੋਲ ਜਾਈਏ? ਕਹਿਣ ਲੱਗੇ ਜੀ ਇੱਕ ਮਜ਼ਾਕ ਮਸ਼ਹੂਰ ਹੈ, ਉੱਥੇ ਲੋਕ ਜਾਂਦੇ ਨੇ, ਉੱਥੇ ਭੇਜੋ ਤੁਸੀਂ। ਭੇਜਿਆ, 40 ਦਿਨ ਉਸ ਗਈ ਤੇ ਉਹ ਸ਼ਰਧਾ ਨਾਲ ਠੀਕ ਹੋ ਗਈ। ਝਾੜੂ ਦਿੱਤਾ ਜਾਂ ਜੋ ਵੀ ਕੀਤਾ। ਉਹ ਅਕਬਰ ਬਾਦਸ਼ਾਹ ਕਹਿੰਦਾ ਬੀਰਬਲ ਆ ਵੇਖ, ਸੰਤ ਜਿਉਂਦੇ ਵੀ ਨਹੀਂ, ਸੰਤ ਚੜ੍ਹਾਈ ਕਰ ਗਏ ਨੇ। ਉਸ ਸਥਾਨ ਤੇ ਝਾੜੂ ਦੇ ਕੇ ਮੇਰੀ ਘਰਵਾਲੀ ਠੀਕ ਹੋ ਗਈ ਹੈ। ਤੂੰ ਕਹਿੰਦਾ ਸੰਤ ਕੁਝ ਕਰ ਨਹੀਂ ਸਕਦੇ, ਮੈਂ ਕਹਿੰਦਾ ਸੰਤ ਸਭ ਕੁਝ ਕਰ ਸਕਦੇ ਨੇ। ਕਹਿੰਦਾ ਜੀ ਸੰਤ ਕੁਝ ਨਹੀਂ ਕਰਦੇ, ਸ਼ਰਧਾ ਕੰਮ ਕਰਦੀ। ਕਹਿੰਦਾ ਹਾਲੇ ਵੀ ਨਹੀਂ ਤੂੰ ਮੰਨਦਾ? ਕਹਿੰਦਾ ਆਓ ਫਿਰ ਤੁਹਾਨੂੰ ਸੰਤਾਂ ਦਾ ਦਰਸ਼ਨ ਕਰਾਓ। ਉਹ ਮਜ਼ਾਕ ਪੁੱਟ ਦਿੱਤੀ, ਥੱਲੇ ਉਹ ਖੋਤਾ ਕੱਢਿਆ। ਕਹਿੰਦਾ ਇਹ ਮਜ਼ਾਕ ਮੈਂ ਹੀ ਬਣਵਾਈ, ਮੈਂ ਹੀ ਆ ਬੰਦੇ ਲਾਏ ਨੇ ਪ੍ਰਚਾਰ ਕਰਨ ਲਈ। ਇੱਥੇ ਕੋਈ ਸੰਤ ਨਹੀਂ, ਇਹ ਸ਼ਰਧਾ ਕੰਮ ਕਰ ਰਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕੋਲ ਵੀ ਤੁਸੀਂ ਮੱਥੇ ਟੇਕੀ ਜਾਓ, ਜੇ ਸ਼ਰਧਾ ਨਹੀਂ ਤੇ ਕੁਝ ਨਹੀਂ ਬਣੇਗਾ। ਕਿਸੇ ਸੰਤ ਤੇ ਵੀ ਸ਼ਰਧਾ ਨਹੀਂ ਤੇ ਕੁਝ ਨਹੀਂ ਬਣੇਗਾ। ਸ਼ਰਧਾ ਹੋਵੇ ਤੇ ਮੀਰਾਬਾਈ ਬਣ ਸਕਦੀ ਹੈ, ਪੱਥਰ ਵਿੱਚੋਂ ਭਗਵਾਨ ਕ੍ਰਿਸ਼ਨ ਨੂੰ ਪ੍ਰਗਟ ਕਰ ਸਕਦੀ। ਸ਼ਰਧਾ ਹੋਵੇ ਪ੍ਰਹਲਾਦ ਭਗਤ ਬਣ ਸਕਦੇ ਨੇ, ਥੰਮ ਵਿੱਚੋਂ ਪ੍ਰਗਟ ਕਰ ਸਕਦੇ ਨੇ। ਸ਼ਰਧਾ ਹੋਵੇ ਧੰਨੇ ਵਰਗੇ ਭਗਤ ਹੋ ਸਕਦੇ ਨੇ, ਪੱਥਰ ਵਿੱਚੋਂ ਪੈਦਾ ਕਰ ਸਕਦੇ, ਪੱਥਰ ਵਿੱਚੋਂ ਪ੍ਰਗਟ ਕਰ ਲੈਂਦੇ। ਸ਼ਰਧਾ ਹੋਵੇ ਤੇ ਕਿਤਿਓਂ ਵੀ ਮਹਾਰਾਜ ਪ੍ਰਗਟ ਹੋ ਜਾਂਦੇ ਨੇ। ਜੇ ਸ਼ਰਧਾ ਨਹੀਂ ਤੇ ਕੁਝ ਵੀ ਨਹੀਂ। ਸ਼ਰਧਾ ਹੀ ਮੂਲ ਹੈ। ਸ਼ਰਧਾ ਧਰ ਸਭ ਤੇ ਫਲ ਪਾਏ। ਸ਼ਰਧਾ ਧਾਰ ਕੇ ਹੀ ਜਿੱਥੋਂ ਕਿੱਥੋਂ, ਭਾਵੇਂ ਵਿਸ਼ਨੂੰ ਕੋਲੋਂ, ਬ੍ਰਹਮਾ ਕੋਲੋਂ, ਸ਼ਿਵ ਜੀ ਕੋਲੋਂ ਕਿਸੇ ਦੀ ਵੀ ਪੂਜਾ ਕਰੇ, ਸ਼ਰਧਾ ਨਾਲ ਫਲ ਮਿਲੇਗਾ। ਬਿਨ ਸ਼ਰਧਾ ਕੁਛ ਹਾਥ ਨਾ ਆਏ। ਬਿਨਾਂ ਸ਼ਰਧਾ ਤੋਂ ਕਿਸੇ ਨੂੰ ਕਦੇ ਕੁਝ ਹੱਥ ਨਹੀਂ ਆਇਆ। ਸ਼ਰਧਾ ਮੂਲ ਭਗਤ ਤੁਚ ਸਾਰੇ। ਸ਼ਰਧਾ ਮੂਲ ਹੈ। ਮੂਲ ਹੁੰਦਾ ਥੱਲੇ, ਜਿਹੜਾ ਰੂਟ ਹੁੰਦੀ ਹੈ ਦਰਖਤ ਦੀ, ਟਰੀ ਦੀ ਰੂਟ, ਉਹਨੂੰ ਕਹਿੰਦੇ ਨੇ ਮੂਲ, ਜੜ। ਸ਼ਰਧਾ ਹੈ ਜੜ। ਜੇ ਜੜ ਪੁੱਟੀ ਜਾਏ ਤੇ ਦਰਖਤ ਕਿੱਥੇ ਉੱਗੇਗਾ?
ਜੜ ਹੋਵੇਗੀ ਤੇ ਦਰਖਤ ਹੈਗਾ, ਪਰ ਸ਼ਰਧਾ ਹੈ ਮੂਲ ਤੇ ਤੁਚਾ ਕੀ ਹੈ? ਭਗਤ ਭਗਤ। ਤੁਚ ਸਾਰੇ। ਜਿਹੜੇ ਉੱਤੇ ਆਉਂਦੀ ਹੈ ਨਾ ਤੁਚਾ, ਸਕਿਨ, ਦਰਖਤ ਦੀ ਸਕਿਨ, ਉਹ ਕੀ ਹੈ? ਭਗਤੀ। ਨਾਲ ਨਾਲ ਭਗਤੀ ਕਰੇ, ਪਹਿਲੋਂ ਸ਼ਰਧਾ ਤੇ ਫਿਰ ਭਗਤੀ ਕਰੇ, ਪਿਆਰ ਕਰੇ। ਗਿਆਨ ਤਰੋਵਰ ਉਦੈ ਉਦਾਰੇ। ਉਹ ਫਿਰ ਤਰੋਵਰ ਦਰਖਤ ਬਣ ਜਾਂਦਾ ਹੈ। ਜਦੋਂ ਰੂਟ ਹੋ ਗਈ, ਤੁਚਾ ਵੀ ਆ ਗਈ, ਦਰਖਤ ਬਣ ਗਿਆ। ਦਰਖਤ ਕਾਹਦਾ ਬਣ ਗਿਆ? ਗਿਆਨ ਦਾ। ਸ਼ਰਧਾ ਤੇ ਭਗਤੀ ਜੁੜਨ ਤੇ ਗਿਆਨ ਹੋ ਜਾਂਦਾ। ਫਲ ਕੈਵਲ ਕੋ ਪ੍ਰਾਪਤ ਹੋਏ। ਫਿਰ ਉਸ ਦਰਖਤ ਤੇ ਫਲ ਵੀ ਲੱਗ ਜਾਂਦਾ ਹੈ। ਤੇ ਫਲ ਕਿਹੜਾ? ਕੈਵਲ। ਕੈਵਲ ਮੁਕਤੀ ਹੁੰਦੀ ਹੈ, ਜਿਹੜੀ ਸਭ ਤੋਂ ਅਖੀਰਲੀ ਹੁੰਦੀ ਹੈ। ਸਜੁਜ, ਸਮੀਪ, ਸਲੋਕ ਤੇ ਕੈਵਲ, 4 ਪ੍ਰਕਾਰ ਦੀ ਮੁਕਤੀ। ਕੈਵਲ ਮੁਕਤੀ ਹੁੰਦੀ ਹੈ ਮਹਾਰਾਜ ਦੇ ਵਿੱਚ ਲੀਨ ਹੋ ਜਾਣਾ, ਦੁਬਾਰਾ ਜਨਮ ਨਾ ਹੋਣਾ। ਜਿਸ ਤੇ ਸੰਕਟ ਹੋਏ ਨਾ ਕੋਏ। ਫਿਰ ਸੰਕਟ ਹੋਣ ਦਾ ਮਤਲਬ ਨਹੀਂ ਜਨਮ ਮਰਨ ਮਿਟ ਗਿਆ। ਸ਼ਰਧਾ ਬਿਨ ਸਭ ਨਿਸ਼ਫਲ ਕਰਮ। ਸ਼ਰਧਾ ਤੋਂ ਬਗੈਰ ਜਿੰਨੀਆਂ ਸੇਵਾਵਾਂ, ਦਾਨ, ਪੁੰਨ, ਲੰਗਰ ਆਦਿਕ ਜੋ ਕੁਝ ਵੀ ਕਰਾਉਂਦੇ ਆ, ਉਹ ਐਵੇਂ ਹੀ ਚਲਾ ਜਾਂਦਾ। ਸੋ ਤਰੈ ਰਿਦਾ ਨਾ ਪ੍ਰਾਪਤ ਧਰਮ। ਜੇ ਸ਼ਰਧਾ ਨਾ ਹੋਵੇ ਹਿਰਦੇ 'ਚ ਤੇ ਧਰਮ ਕਿੱਥੇ ਪ੍ਰਾਪਤ ਹੋਣਾ? ਸ਼ਰਧਾ ਸਭ ਤੇ ਪੂਰਬ ਚਾਹੀਏ। ਸਭ ਤੋਂ ਪਹਿਲਾਂ ਸ਼ਰਧਾ ਚਾਹੀਦੀ ਹੈ। ਜਿਸ ਤੇ ਮਨ ਬਾਂਛਤ ਫਲ ਲਹੀਐ। ਫਿਰ ਜੋ ਮੰਗੋਗੇ ਉਹ ਪ੍ਰਾਪਤ ਹੋ ਜਾਏਗਾ। ਇਮ ਕਹਿ ਸਤਿਗੁਰ ਕੀਨ ਦਿਹਾਰੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇਹ ਉਪਦੇਸ਼ ਦੇ ਦਿੱਤਾ ਹੁੰਦਿਆਂ ਬਖਸ਼ਿਸ਼ ਕਰਤੀ, ਤੇ ਨਾਲ ਆਖਿਆ ਵੀ ਅਸੀਂ ਨਾ ਸਰੋਵਰ ਬਣਾਉਂਦੇ ਪਏ ਹਾਂ। ਇਹ ਸੇਵਾ ਵਾਸਤੇ ਅਸੀਂ ਸੰਗਤਾਂ ਨੂੰ ਸੱਦਿਆ, ਬੜਿਆਂ ਨੂੰ ਅਸੀਂ ਦਿਹਾੜੀ ਤੇ ਸੱਦਿਆ ਹੋਇਆ। ਤੈਨੂੰ ਵੀ ਦਿਹਾੜੀ ਦਿਆਂਗੇ, ਇੱਥੇ ਸੇਵਾ ਕਰ। ਲਿਓ ਗੁਰ ਘਰ ਤੇ ਕਰੋ ਆਹਾਰੀ। ਲੰਗਰ ਜਿਹੜਾ ਹੈ ਤੁਸੀਂ ਬੇਸ਼ੱਕ ਲੰਗਰ ਚੋਂ ਛਕ ਸਕਦੇ ਹੋ, ਪਰ ਦਿਹਾੜੀ ਦਿਆਂਗੇ, ਤੁਹਾਨੂੰ ਪੈਸੇ ਦਿਆਂਗੇ, ਦਿਹਾੜੀ ਤੇ ਇੱਥੇ ਸੇਵਾ ਕਰੋ। ਅਬ ਤੀਰਥ ਕੀ ਕਾਰ ਕਰੀਜੈ। ਹੁਣ ਸੇਵਾ ਤੇ ਲੱਗ ਜਾਓ। ਫਿਰ ਸਭ ਸੰਗਤ ਕੇ ਸੰਗ ਮਿਲੀਜੈ। ਆ ਸੰਗਤ ਲੱਗੀ ਹੋਈ ਸੇਵਾ 'ਚ, ਇਹਨਾਂ ਦੇ ਨਾਲ ਰਲ ਕੇ ਕਰੋ। ਜਹਾਂ ਈਟ ਕੇ ਲਗੇ ਪਜਾਵੇ। ਮਹਾਰਾਜ ਕਹਿੰਦੇ ਜਿੱਥੇ ਇੱਟਾਂ ਦੇ ਪੰਜਾਵੇ ਲੱਗੇ ਹੋਏ ਨਾ, ਇੱਟਾਂ ਮਿੱਟੀ ਤੋਂ, ਮਿੱਟੀ ਇਕੱਠੀ ਕਰਕੇ ਮਿੱਟੀ ਗੁੰਨਣੀ, ਫਿਰ ਉਹ ਸੱਚਾ ਬਣਿਆ ਹੁੰਦਾ, ਉਹਦੇ ਵਿੱਚ ਬਣਾ ਕੇ ਪਾ ਕੇ ਇੱਟ ਬਣ ਜਾਂਦੀ ਹੈ। ਉਹਨੂੰ ਸੁਕਾਉਂਦੇ ਨੇ, ਸੁਕਾ ਕੇ ਫਿਰ ਇੱਟਾਂ ਇਕੱਠੀਆਂ ਕਰਦੇ ਨੇ, ਹੇਠ ਉੱਤੇ ਜੋੜਦੇ ਨੇ, ਫਿਰ ਉਹਨਾਂ ਤੇ ਲੱਕੜਾਂ ਆਦਿਕ ਪਾ ਕੇ ਅੱਗ ਲਾ ਕੇ ਉਹਨਾਂ ਨੂੰ ਪਕਾਉਂਦੇ ਨੇ। ਬਹੁ ਈਂਧਨ ਕੇ ਸੰਗ ਪਕਾਵੇ। ਬਹੁਤ ਲੱਕੜਾਂ ਪਾ ਕੇ ਇੱਟਾਂ ਪਕਾਈਆਂ ਜਾਂਦੀਆਂ ਨੇ। ਤਹਾਂ ਸਿੱਖ ਸੇਵਾ ਬਹੁ ਕਰਹੀ। ਉੱਥੇ ਸਿੱਖ ਬਹੁਤ ਲੱਗੇ ਹੋਏ ਨੇ ਸੇਵਾ ਵਿੱਚ। ਕਰਦਮ ਤੇ ਈਟਨ ਕੋ ਕਰਹੀ। ਕਰਦਮ ਹੁੰਦਾ ਗਾਰਾ, ਮਿੱਟੀ ਗੋ ਕੇ ਉਹਦੇ ਤੋਂ ਇੱਟਾਂ ਬਣਾਉਂਦੇ ਨੇ। ਸ਼ੁਸ਼ਕ ਹੋਏ ਤਬ ਲੇਹ ਉਠਾਏ। ਉਹ ਸੁੱਕ ਜਾਂਦੀਆਂ ਨੇ ਧੁੱਪ 'ਚ, ਫਿਰ ਇੱਟਾਂ ਚੁੱਕ ਲੈਂਦੇ ਨੇ। ਆਵੇ ਬਿਖੈ ਧਰਹਿ ਸਮੁਦਾਏ। ਉਹ ਫਿਰ ਆਵੇ 'ਚ ਰੱਖਦੇ ਨੇ ਜਿੱਥੇ ਪਕਾਈਆਂ ਜਾਂਦੀਆਂ ਨੇ। ਜਿਮ ਨੀਕੇ ਪਾਕੈ ਗਨ ਆਵੇ। ਜਿਸ ਤਰ੍ਹਾਂ ਚੰਗੀ ਤਰ੍ਹਾਂ ਇੱਟਾਂ ਪੱਕਣ ਉਹ ਤਰੀਕਾ ਕੀਤਾ ਜਾਂਦਾ ਹੈ। ਤਿਮ ਈਂਧਨ ਬਿਦ ਸੋ ਦੇਹ ਪਾਵੇ। ਉਸ ਤਰ੍ਹਾਂ ਤੂੰ ਵੀ ਇਸ ਸੇਵਾ 'ਚ ਲੱਗ ਜਾ। ਉਸ ਢੰਗ ਨਾਲ ਵਿੱਚ ਲੱਕੜਾਂ ਆਦਿਕ ਪਾ ਕਿ ਇੱਟਾਂ ਵਧੀਆ ਪੱਕਣ। ਤੈ ਥਿਤ ਰਹੋ ਸਬਨ ਸੋ ਕਹੋ। ਉੱਥੇ ਖਲੋਤਾ ਵੀ ਰਹੋ ਤੇ ਨਾਲ ਸਾਰਿਆਂ ਨੂੰ ਪ੍ਰੇਰਨਾ ਵੀ ਕਰਦਾ ਰਹੋ। ਇਹੋ ਤੀਰਥ ਕੀ ਸੇਵਾ ਲਹੋ। ਸਾਰਿਆਂ ਨੂੰ ਕਹੋ ਬਈ ਸੇਵਾ ਕਰੋ, ਤੁਹਾਨੂੰ ਫਲ ਮਿਲੇਗਾ। ਇਮ ਸੁਣ ਕੇ ਬਹਿਲੋ ਹਰ ਖਾਇਓ। ਇਹ ਗੱਲ ਸੁਣ ਕੇ ਭਾਈ ਬਹਿਲੋ ਖੁਸ਼ ਹੋਇਆ ਵੀ ਇੱਕ ਤੇ ਸੇਵਾ ਵੀ ਮਿਲੀ ਹੈ, ਇੱਕ ਅਗਵਾਨੀ ਪੁਨਾਵੀ ਜਥੇਦਾਰ ਵੀ ਹੋ ਗਿਆ ਕਿ ਸਾਰਿਆਂ ਨੂੰ ਪ੍ਰੇਰਨਾ ਕਰ। ਕਿਉਂਕਿ ਉੱਥੇ ਵੀ ਜਥੇਦਾਰ ਸੀ, ਆਗੂ ਸੀ, ਸਾਰਿਆਂ ਨੂੰ ਲੈ ਕੇ ਜਾਂਦਾ ਸੀ। ਕਰ ਬੰਧਨ ਸਿੱਖਣ ਮਹਿ ਆਇਓ। ਨਮਸਕਾਰ ਕੀਤੀ ਸਤਿਗੁਰਾਂ ਨੂੰ ਬਚਨ ਸੁਣ ਕੇ
ਜਿੱਥੇ ਸੇਵਾ 'ਚ ਸਿੱਖ ਲੱਗੇ ਸਨ ਉੱਥੇ ਆ ਗਿਆ। ਕਰ ਬੇ ਲਗਿਓ ਟਹਿਲ ਤਿੰਨ ਸੰਗ, ਉਹਨਾਂ ਦੇ ਨਾਲ ਸੇਵਾ ਕਰਨ ਲੱਗ ਪਿਆ। ਸਕਲ ਦਿਵਸ ਜੇਤੋ ਬਲ ਅੰਗ, ਸਾਰਾ ਦਿਨ ਜਿੰਨੀ ਤਾਕਤ ਐਸੀ ਤਾਕਤ ਨਾਲ ਸੇਵਾ ਕਰਦਾ ਹੈ। ਨਿਸਾ ਪਏ ਜਬ ਫਿਰ ਹੈ ਅੰਧੇਰੇ, ਜਦੋਂ ਰਾਤ ਪੈ ਜਾਂਦੀ ਹੈ ਹਨੇਰਾ ਹੋ ਜਾਂਦਾ ਹੈ, ਜਾਚ ਲੇਤ ਸਿੱਖਣ ਕੇ ਡੇਰੇ, ਪ੍ਰਸ਼ਾਦਾ ਨਾ ਆਪ ਬਣਾਉਂਦਾ ਹੈ ਤੇ ਨਾ ਲੰਗਰ ਚੋਂ ਛਕਦਾ ਹੈ। ਸਿੱਖਾਂ ਦੇ ਡੇਰੇ ਸਨ, ਡੇਰਿਆਂ ਤੇ ਵੱਖੋ ਵੱਖ ਲੰਗਰ ਬਣਦਾ ਸੀ, ਉਹਨਾਂ ਕੋਲੋਂ ਹੀ ਲੈ ਕੇ ਛਕ ਲੈਂਦਾ। ਅਲਪ ਆਹਾਰ ਤਬੈ ਕਰ ਰਹਿ, ਥੋੜਾ ਜਿਹਾ ਖਾਂਦਾ, ਬਹੁਤਾ ਨਹੀਂ ਖਾਂਦਾ ਕਿ ਮੈਂ ਆਲਸੀ ਨਾ ਹੋ ਜਾਵਾਂ ਤੇ ਉੱਠਿਆ ਨਾ ਜਾਏ ਅੰਮ੍ਰਿਤ ਵੇਲੇ। ਗੁਰ ਪਗ ਪ੍ਰੇਮ ਰਹਿਣ ਦਿਨ ਲਹੈ, ਦਿਨ ਰਾਤ ਮਹਾਰਾਜ ਦੇ ਚਰਨਾਂ ਨਾਲ ਪਿਆਰ ਵੱਧਦਾ ਜਾਂਦਾ ਹੈ। ਦਿਵਸ ਬਿਖੈ ਨਿਤ ਸੇਵਕ ਕਮਾਵੈ, ਦਿਨੇ ਸੇਵਾ ਕਰਦਾ ਹੈ, ਸਿਮਰਨ ਕਰਤੇ ਨਿਸਾ ਬਿਤਾਵੈ, ਰਾਤ ਨੂੰ ਸਿਮਰਨ ਕਰਦਿਆਂ ਰਾਤ ਬਿਤਾਉਂਦਾ ਹੈ। ਇਹਦਾ ਮਤਲਬ ਸੌਂਦਾ ਹੀ ਨਹੀਂ, ਕਿਵੇਂ ਲੱਗਣ ਲੱਗ ਜਾਂਦੀ ਹੈ। ਬੂਝੈ ਲੋਕ ਈਟ ਕਾ ਆਵੈ, ਕਿਸਤੇ ਇਹ ਨੀਕੇ ਪੱਕ ਜਾਵੈ, ਸਾਰਿਆਂ ਨੂੰ ਪੁੱਛਦਾ ਹੈ ਵੀ ਕੋਈ ਤਰੀਕਾ ਦੱਸੋ ਕਿ ਮੈਂ ਗੁਰੂ ਮਹਾਰਾਜ ਨੂੰ ਪ੍ਰਸੰਨ ਕਰ ਸਕਾਂ। ਜਿਸ ਤਰ੍ਹਾਂ ਇੱਟਾਂ ਵਧੀਆ ਕਿਵੇਂ ਪੱਕਦੀਆਂ ਨੇ, ਕਿਹੜੀ ਚੀਜ਼ ਪਾਈਏ ਤੇ ਇੱਟਾਂ ਵਧੀਆ ਪੱਕਦੀਆਂ ਨੇ। ਤਬੈ ਕਿਸੂ ਨੇ ਕਹਿਓ ਸੁਨਾਏ, ਕਿਸੇ ਨੇ ਦੱਸ ਦਿੱਤਾ, ਬਿਸ਼ਟਾ ਜੇ ਕਰ ਇਨ ਮਹਿ ਪਾਏ, ਵਿਸਟਾ ਇੱਥੇ ਜਿਹੜੇ ਪਸ਼ੂ ਨੇ ਨਾ, ਇਹਨਾਂ ਦੀ ਵਿਸਟਾ ਜ਼ਿਆਦਾਤਰ ਖੋਤਿਆਂ ਦੀ ਲਿੱਦ ਪਾਉਂਦੇ ਨੇ। ਉਹ ਲਿੱਦ ਪਾਣ ਤੇ ਇੱਟਾਂ ਜਿਹੜੀਆਂ ਨੇ ਚੰਗੀਆਂ ਪੱਕਦੀਆਂ ਨੇ। ਇਹ ਪਤਾ ਲੱਗਾ ਇਹਨੂੰ। ਤੋ ਆਚੀ ਪਾਕੈ ਹੋਏ ਲਾਲ, ਕਿਸੇ ਨੇ ਦੱਸਿਆ ਵੀ ਜੇ ਉਹ ਲਿੱਦ ਪਾਈ ਜਾਏ ਨਾ ਖੋਤਿਆਂ ਦੀ, ਉਹਦੇ ਨਾਲ ਇੱਟਾਂ ਬਹੁਤ ਵਧੀਆ ਪੱਕਣਗੀਆਂ। ਕਸੈ ਨਾ ਫੂਟੈ ਸੋ ਤਤਕਾਲ, ਉਹ ਫਿਰ ਇੱਟਾਂ ਛੇਤੀ ਨਹੀਂ ਟੁੱਟਦੀਆਂ ਤੇ ਛੇਤੀ ਘਸਦੀਆਂ ਵੀ ਨਹੀਂ। ਇਮ ਸੁਨ ਪ੍ਰੇਰੇ ਸੁਪਚ ਬਤੇਰੇ, ਇਸ ਤਰ੍ਹਾਂ ਸੁਣ ਕੇ ਸੁਪਚ ਜਿਹੜੇ ਛੋਟੀ ਜਾਤ ਵਾਲੇ ਲੋਕ ਨੇ ਉਹਨਾਂ ਨੂੰ ਪ੍ਰੇਰਨਾ ਕੀਤੀ। ਭਰੈ ਸੂਪ ਲਦ ਰਾਸ਼ਬ ਪ੍ਰੇਰੇ, ਉਹ ਨਾਲ ਖੋਤਿਆਂ ਦੀ ਜਿਹੜੀ ਲਿੱਦ ਸੀ ਉਹ ਲੱਦਣੀ ਸ਼ੁਰੂ ਕਰਤੀ। ਈਟਨ ਕੇ ਚੌਫੇਰੇ ਪਾਏ, ਆ ਕੇ ਭੱਠਾ ਜਿੱਥੇ ਇੱਟਾਂ ਪਕਾਉਂਦੇ ਨੇ ਉੱਥੇ ਚੌਵਾਂ ਪਾਸੇ ਉਹ ਲਿੱਦ ਪਾਉਂਦਾ ਹੈ। ਅਪਰ ਬਹੁਰ ਕੂੜਾ ਲੈ ਆਏ, ਹੋਰ ਵੀ ਕੂੜਾ ਕਰਕਟ ਹੁੰਦਾ ਹੈ। ਆਮ ਪਿੰਡਾਂ ਵਿੱਚ ਰੂੜੀਆਂ ਦੇ ਢੇਰ ਲੱਗੇ ਹੁੰਦੇ ਸਨ, ਉਹ ਫਸਲਾਂ 'ਚ ਪਾਈ ਜਾਂਦੀ ਹੈ, ਇੱਕ ਹਿਸਾਬ ਦੀ ਖਾਦ ਹੁੰਦੀ, ਉਹ ਖਾਦ ਬਣ ਜਾਂਦੀ ਹੈ। ਉਹ ਜਿਹੜਾ ਗੰਦ ਇਕੱਠਾ ਕੀਤਾ ਹੁੰਦਾ ਢੇਰ, ਉਹਦੇ ਵਿੱਚ ਬਹੁਤਾ ਪਸ਼ੂਆਂ ਦਾ ਹੀ ਹੁੰਦਾ, ਉਹ ਖਾਦ ਬਣਦੀ, ਫਸਲ ਵੀ ਬੜੀ ਵਧੀਆ ਹੁੰਦੀ ਹੈ। ਉੱਥੋਂ ਵੀ ਚੁੱਕ ਕੇ ਲਈ ਆਉਂਦਾ, ਉਹ ਕੂੜਾ ਵੀ ਪਾਉਂਦਾ ਹੈ। ਬਿੰਦ ਸੋ ਕਰਹਿ ਪ੍ਰੇਮ ਉਪਜਾਵੇ, ਬਿੰਦ ਸੋ ਕਰਹਿ, ਬੜੀ ਵਿਧ ਨਾਲ ਜੁਗਤ ਨਾਲ ਕਰਦਾ, ਬੇਜੁਗਤਾ ਨਹੀਂ ਤੇ ਪਿਆਰ ਨਾਲ ਸ਼ਰਧਾ ਨਾਲ ਕਰਦਾ। ਗਨ ਈਟਨ ਕੇ ਲਾਏ ਪਜਾਵੇ, ਬਹੁਤ ਇੱਟਾਂ ਦੇ ਪੰਜਾਵੇ ਲਾਏ, ਬਾਕੀ ਬਹੁਤ ਸੁੰਦਰ ਭਈ ਲਾਲ, ਉਹ ਇੱਟਾਂ ਬੜੀਆਂ ਸੋਹਣੀਆਂ ਲਾਲ ਪੱਕੀਆਂ। ਹਰਖਿਓ ਹਿਰਦੇ ਬਹਿਲੋ, ਹਰਖਿਓ ਹਿਰਦੇ ਵਿਸਾਲ, ਭਾਈ ਬਹਿਲੋ ਵੇਖ ਕੇ ਇਹ ਤੇ ਅਵਲ ਦਰਜੇ ਦੀਆਂ ਇੱਟਾਂ, ਅਵਲ, ਦੋਮ ਤੇ ਸੇਮ, ਤਿੰਨ ਤਰ੍ਹਾਂ ਦੀਆਂ ਇੱਟਾਂ ਹੁੰਦੀਆਂ ਹਨ। ਅਵਲ ਦਰਜੇ ਦੀਆਂ ਇੱਟਾਂ, ਦੂਸਰੇ ਦਰਜੇ ਦੀਆਂ ਤੇ ਤੀਸਰੇ ਦਰਜੇ ਦੀਆਂ ਇੱਟਾਂ। ਸ਼੍ਰੀ ਅਰਜਨ ਲਾਖੇ ਅੰਤਰ ਜਾਮੀ, ਗੁਰੂ ਮਹਾਰਾਜ ਅੰਤਰਜਾਮੀ ਨੇ, ਉਹਦੀ ਸੇਵਾ ਨੂੰ ਜਾਣ ਗਏ ਨੇ। ਸੇਵਾ ਸਿੱਖਿਅਨ ਕੀ ਪਿਖ ਸੁਆਮੀ, ਉਹ ਸੁਆਮੀ ਨੇ, ਜਗਤ ਦੇ ਮਾਲਕ ਨੇ, ਆਪਣੇ ਸੇਵਕਾਂ ਦੀ ਸੇਵਾ ਵੱਖੋ ਵੱਖ ਭਾਵਨਾ ਵੇਖਦੇ ਨੇ, ਕਿਸੇ ਦੀ ਕੀ ਭਾਵਨਾ ਹੈ। ਕੁਚਕ ਚੱਲ ਕਰ ਲਾ ਟਾਈਮ। ਹਾਂਜੀ, ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਵਿੰਦਪਾਲ ਜੀ ਸ਼ਬਦ ਪੜ੍ਹਨਾ, ਉਹਨਾਂ ਨੂੰ ਕਿਤੇ ਮੈਸੇਜ ਆਇਆ, 2 ਸ਼ਬਦ ਸੁਣਾਓ। ਸੁਣਾ ਦਿਓ ਜੀ।
गुरु कवन गुण प्राण पत मिलो मेरी माय, कवन गुण प्राण पत मिलो मेरी माय। कवन गुण प्राण पत मिलो मेरी माय, कवन गुण प्राण पत मिलो मेरी माय। रूपहीन बुद्ध बलहीनी, रूपहीन बुद्ध बलहीनी, मोह परदेसन दूर ते आई, मोह परदेसन दूर ते आई। कवन गुण प्राण पत मिलो मेरी माय, कवन गुण प्राण पत मिलो मेरी माय, कवन गुण प्राण पत मिलो मेरी माय। रूपहीन बुद्ध बलहीनी, नाहन दरबना जो बनवाती, नाहन दरबना जो बनवाती, नाहन दरबना जो बनवाती। मोहे अनाथ की करो समाय, मोहे अनाथ की करो समय, मोहे अनाथ की करो समय। खोजत खोजत पै बैरागन प्रभ दर्शन को फिरते ते साई, ओ पै बैरागन 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 प्रभ दर्शन को फिरते ते साई। दीन दयाल कृपाल प्रभ नानक, दीन दयाल कृपाल प्रभ नानक, दीन दीन दयाल 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 कृपाल प्रभ नानक। साध संग मेरी जलन बुझाई, मेरी जलन बुझाई, जलन बुझाई। दीन दयाल कृपाल प्रभ नानक, दीन दयाल कृपाल प्रभ नानक। दीन दीन दयाल 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 कृपाल प्रभ नानक। साध संग मेरी जलन बुझाई, मेरी जलन बुझाई, मेरी जलन बुझाई। दीन दयाल कृपाल प्रभ नानक, साध संग मेरी जलन बुझाई, साध संग मेरी जलन बुझाई। कवन गुण प्राण पत मिलो मेरी माय, कवन गुण प्राण पत मिलो मेरी माय, कवन गुण प्राण पत मिलो मेरी माय, कवन गुण प्राण पत मिलो मेरी माय,
मिलो मेरी माँ कवन गुण प्राण पात मिलो मेरी माँ कवन गुण प्राण पात मिलो मेरी माँ कवन गुण प्राण पात मिलो मेरी माँ हाँ मिलो मेरी माँ हाँ मिलो मेरी माँ कवन गुण प्राण पात 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 मिलो मेरी माँ कवन गुण प्राण कवन गुण प्राण कवन गुण प्राण पात मिलो मेरी माँ रामैया हो बारक तेरा रामैया हो बारक तेरा रामैया हो बारक तेरा काहे ना खंडस अवगन मेरा काहे ना खंडस अवगन मेरा रामैया हो बारक तेरा रामैया हो बारक तेरा सुत अपराध करत है जेते सुत अपराध करत है जेते जननी जीत न राखस तेरे जननी जीत न राखस रामैया हो बारक तेरा रामैया हो बारक तेरा जे अत क्रोध करे करताया जे अत क्रोध करे करताया तापी जीत न राखस माया तापी जीत न राखस माया वाहिगुरु 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 वाहिगुरु
ਵਾਹਿਗੁਰੂ 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 नाम बिना कैसे उतरस पारा नाम बिना कैसे उतरस पारा देह बिमल मत सदा शरीरा देह बिमल मत सदा शरीरा सहज सहज गुण रवे कबीरा सहज सहज गुण रवे कबीरा रामैया हो भारत तेरा रामैया हो भारत तेरा काहे ना खंडस अवगन मेरा काहे ना खंडस अवगन मेरा रामैया हो भारत तेरा रामैया हो भारत तेरा रामैया हो भारत हो भारत हो भारत तेरा वाहिगुरु सत श्री अकाल। बोले सोनियाल सत श्री अकाल। एक ना आनंद जोत वास्ते जकारा बुलाओ। आनंद जोत बड़ा सोहना साज बजाना। आनंद बोले सोनियाल सत श्री अकाल। बड़ा सियाना हो गया। शाबाश। ओके जी, थैंक यू। ਹੁਣ ਗੁਰੰਸ਼ ਜੀ ਸ਼ਬਦ ਕਰਨਗੇ ਕਿ ਪਾਪਾ ਕਰਨਗੇ? ਪਾਪਾ ਓਕੇ।
ਸਾਜੀ ਨਵਾਜੀ ਸਾਧ ਸੰਗਤ ਜੀਓ, ਆਓ ਚੰਦ ਕੁ ਮਿੰਟਾਂ ਵਾਸਤੇ for a few moments let us be thankful to Guru Maharaj Ji and Maharaj Ji Pipli Wale for each and every blessing that they have blessed us with in our lives. We are completely undeserving of everything we have, ਪਰ ਫਿਰ ਵੀ ਅਸੀਂ ਹੁਣੇ ਬਹੁਤ ਹੀ ਮਨੋਹਰ ਕੀਰਤਨ ਸਰਵਨ ਕੀਤਾ ਹੈ। ਦਾਸ ਦੀ ਭੈਣ ਜੀ ਬੀਬਾ ਅਰਵਿੰਦਪਾਲ ਕੌਰ ਜੀ ਅਤੇ ਭਾਈ ਸਾਹਿਬ ਪ੍ਰੇਮ ਹੰਸ ਜੀ, ਭਾਈ ਸਾਹਿਬ ਪ੍ਰੇਮ ਨਿਵਾਜ ਸਿੰਘ ਜੀ। ਜਿਹੜਾ ਦੂਸਰਾ ਸ਼ਬਦ ਲਿੱਤਾ ਸੀ, ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਿਸ ਅਵਗਨ ਮੇਰਾ। ਸਾਡੇ ਮਹਾਰਾਜ ਦਾ ਬਿਰਧ ਐਸਾ ਹੈ, ਜਿਸ ਤਰ੍ਹਾਂ ਮਾਤ ਪਿਤਾ ਕਦੀ ਬੱਚੇ ਦੇ ਔਗਣ ਨਹੀਂ ਵੇਖਦੇ, ਉਸ ਤਰ੍ਹਾਂ ਹਰ ਜਨ ਰਾਖੇ ਗੁਰ ਗੋਬਿੰਦ। ਗੁਰੂ ਜਿਹੜਾ ਉਹ ਕਦੀ ਆਪਣੇ ਭਗਤਾਂ ਦੇ ਔਗਣ ਨਹੀਂ ਵੇਖਦਾ, ਉਹ ਕੇਵਲ ਗਲ ਵਿੱਚ ਲੈ ਕੇ ਕੰਠ ਲਾਏ ਅਵਗਣ ਸਭ ਮੇਟੇ। ਉਹ ਸਾਰੇ ਔਗਣ ਬਖਸ਼ਦਾ ਏ, ਦਿਆਲ ਪੁਰਖ ਬਖਸ਼ੰਦ। ਇਸੀ ਸ਼ਬਦ ਵਿੱਚ ਅਸੀਂ ਪੜ੍ਹਿਆ ਸੀ, ਜੋ ਕਿ ਸਾਡੇ 90% ਕਹਿ ਲਓ, ਮੈਂ ਆਪਣੀ ਗੱਲ ਕਰਾਂ, ਸਾਡੇ ਸਾਰਿਆਂ ਦੀ ਅਵਸਥਾ ਹੈ। ਚਿੰਤ ਭਵਨ ਮਨ ਪਰਿਓ ਹਮਾਰਾ। My mind is a domain of stress. My mind has become a domain of anxiety. ਜਿੱਥੇ ਵੇਖੋ ਉਥੇ ਟੈਨਸ਼ਨ। ਜੋ ਦਿਸੈ ਤਿਉ ਰੋਗੀ, ਸੋ ਰੋਗੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। This disease of anxiety, of stress plagues everybody. ਚਿੰਤ ਭਵਨ ਮਨ ਪਰਿਓ ਹਮਾਰਾ। ਤੇ ਜੂ if we look at it actually, ਅਸੀਂ ਆਪਣਾ ਜੋ ਢਾਂਚਾ ਕਹਿ ਲਓ, ਜਾਂ ਫਿਰ if we speak about what we have made, what is called man-made, like a house or car, all of our what man considers to be assets, ਜਿਉਂ ਇਹ ਵੱਧਦੇ ਜਾਂਦੇ ਨੇ ਤਿਉਂ ਸਟ੍ਰੈਸ ਵੀ ਵੱਧਦੀ ਜਾਂਦੀ ਹੈ। ਜੇ ਅਸੀਂ ਪੁਰਾਣੇ ਰਿਸ਼ੀ ਮੁਨੀਆਂ ਵੱਲ ਵੇਖੀਏ ਤੇ ਉਹਨਾਂ ਦੀ ਉਮਰਾਂ ਬਹੁਤ ਲੰਬੀਆਂ ਸਨ। ਮਹਾਰਾਜ ਜਪਜੀ ਸਾਹਿਬ ਵਿੱਚ ਸਾਨੂੰ ਦੱਸਿਆ, ਜੇ ਯੁੱਗ ਚਾਰੇ ਆਰਜਾ, there are people who lived for yugs, ਪਰ ਉਹਨਾਂ ਦੀ ਕੁਲੀਆਂ ਜਿਹੜੀਆਂ ਸਨ, they lived in small houses. They understood ਕਿ ਇੱਕ ਦਿਨ ਅਸੀਂ ਇਸ ਦੁਨੀਆ ਤੋਂ ਚਲੇ ਜਾਣਾ ਹੈ। ਤੇ ਹੁਣ ਉਮਰਾਂ ਬੜੀਆਂ ਛੋਟੀਆਂ ਨੇ, ਪਰ ਫਿਰ ਵੀ ਅਸੀਂ ਵੱਡੇ ਘਰਾਂ ਬਣਾਉਣ ਦੇ ਵਿੱਚ ਅਸੀਂ ਯਤਨ ਕਰਦੇ ਹਾਂ ਕਿ ਸਾਡੇ ਵੱਡੇ ਤੋਂ ਵੱਡਾ ਘਰ ਬਣੇ। ਇਹ ਨਹੀਂ ਕਿ ਵੱਡਾ ਘਰ ਨਾ ਬਣਾਓ। ਦੀ ਵੈਰੀ ਡਿਜ਼ੀਜ਼ ਇਜ਼ ਅਟੈਚਮੈਂਟ। ਜਿਹੜਾ ਮੋਹ ਪੈ ਜਾਣਾ, ਦੀ ਮੈਗਨੇਟਿਜ਼ਮ ਦੈਟ ਇਜ਼ ਕ੍ਰੀਏਟਡ ਬਿਟਵੀਨ ਮੈਨ ਐਂਡ ਮਾਇਆ ਇਜ਼ ਦ ਡੇਂਜਰਸ ਪਾਰਟ। ਮਹਾਰਾਜ ਕਹਿੰਦੇ ਨੇ, what man does is ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਈ। Man builds big houses and gets attached to them. And then Maharaj says, Markande te ko adhkai. Adhkai means, is there anybody greater than him in age? Markanda Rishi, ਜਿਨ੍ਹਾਂ ਦੀ ਉਮਰ 4 ਯੁੱਗ, more than 4 ਯੁੱਗ। ਜਿਹੋ ਜੀ ਪ੍ਰਲੈ ਆਂਦੀ, they change their body according to that element. Markande te ko adhkai, ਜਿਨ ਤ੍ਰਿਨ ਧਰ ਮੂੰਡ ਬਲਾਏ। ਤੇ ਉਹਨਾਂ ਨੇ ਆਪਣਾ ਟਾਈਮ ਪਾਸ ਉਹ ਕੱਖਾਂ ਦੀ ਕੁੱਲੀ ਵਿੱਚ ਆਪਣਾ ਟਾਈਮ ਪਾਸ ਕਰ ਰਹੇ ਨੇ, ਇਨ ਅ ਲਿਟਲ ਸਮਾਲ ਹਟ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੈ, ਬਿਨਸ ਜਾਏ ਝੂਠੀ ਦੇਹੀ। ਕਾਹਨੂੰ ਅਸੀਂ ਹੰਕਾਰ ਕਰਦੇ ਹਾਂ ਇਸ ਝੂਠੀ ਦੇਹ ਦਾ। ਅਸੀਂ ਜਿੰਨੇ ਨੌਜਵਾਨ ਹਾਂ, ਅਸੀਂ ਆਪਣੀ ਗੱਲ ਕਰੀਏ, ਵੀ ਰਨ ਟੂ ਦ ਜਿਮ ਐਵਰੀ ਸਿੰਗਲ ਡੇ, ਐਂਡ ਐਟ ਦੀ ਐਂਡ ਆਫ ਦ ਜਿਮ, ਆਫਟਰ ਵੀ ਲਿਫਟ ਅ ਲਿਟਲ ਹੈਵੀਅਰ ਵੇਟ ਦੈਨ ਯੂਜੂਅਲ, we look in the mirror and give ourselves not just a physical pump but an ego pump. ਅਸੀਂ ਆਪਣੀ ਈਗੋ ਨੂੰ ਵਧਾ ਕੇ ਜਾਂਦੇ ਆ। ਆਉਣਾ ਅਸੀਂ ਈਗੋ ਨੂੰ ਮਿਟਾਉਣ ਵਾਸਤੇ, ਪਰ ਦਿਨ ਬਰ ਦਿਨ ਈਗੋ ਨੂੰ ਵਧਾਈ ਜਾਂਦੇ ਆ, ਪਰ ਇਹ ਝੂਠੀ ਦੇਈ ਬਿਨਸ ਜਾਣੀ ਹੈ। ਮਹਾਰਾਜ ਕਹਿੰਦੇ ਨੇ, whatever you consider yours, ਮੇਰੀ my body, ਮੇਰਾ ਸਰੀਰ, ਮੇਰਾ ਪਰਿਵਾਰ, ਮੇਰਾ ਘਰ, ਮੇਰੀ ਗੱਡੀ, ਮੇਰਾ ਸੋਨਾ, मेरी माया, everything that you consider yours is not actually yours. क्योंकि मेरी कह रो करते दर्जोदन से भाई। दर्जोदन दे 100 brothers, 100 brothers,
ਤੇ ਉਹ ਸਾਰੇ ਲੜਦੇ ਸਨ ਕਿ ਇਹ ਮੇਰਾ ਹੈ, ਇਹ ਮੇਰਾ ਹੈ, ਇਹ ਮੇਰਾ ਹੈ, ਪਾਂਡਵਾਂ ਨੂੰ ਨਹੀਂ ਦੇਣਾ, ਅਸੀਂ ਇਹਦੇ ਪਿੱਛੇ ਲੜੀ ਜਾਣਾ, ਦਿਸ ਇਜ਼ ਮਾਈਨ, ਦਿਸ ਇਜ਼ ਮਾਈਨ, ਵੀ ਆਰ ਨॉट गोइंग टू गिव देम एनीथिंग। मेरी मेरी कहरो करते दर्जोदन से, भाई 12 जोजन छत्र चला था। For vast kilometers they owned land, they dehi girjan khai, at the end their body was eaten by vultures। महाराज अगो कहते ने सर्व सोयन की लंका होती, रावण से अधिकाई। रावण ये कोई रावण नू कोई साधारण पुरुष ना समझो, एक महान पुरुष सी, रसना ते वेद नचदे सन, जपी तपी सी। महाराज जी को असी कथा सरवण की थी, ये जो संसार की एक रीत बनाई है ऑफ यिन एंड यांग, ही वॉज अ पार्ट ऑफ दैट प्ले एज यांग, ही वॉज जस्ट द mere पार्ट ऑफ दैट प्ले। मौला खेल करे सब आपै। ओदी मंग यही सी कि श्री रामचंद्र महाराज दे तीर तो मैं मुक्त होवा, ते ओदी मंग पूरी हुई। सर्व सोइन की लंका होती, रावण से अधिकाई। द ग्रेट डीमन रावण हैड सो मच गोल्ड इन लंका। महाराज कहते ने कहा भयो दर बांधे हाथी, खिन मैं भई भराई। वो खिन विच वो राज फिनिश हो गया, इट बिलोंग टू समबडी एल्स। भपीखन लै गया राज, श्री राम ने थापिया क्योंकि नामे के स्वामी सी बौरी, लंक भपीखन आप्यो हो। ते दुर्भाषा सो करत ठगौरी, जादव ए फल पाए। इथों तक कि भगवान कृष्ण's lineage ended, even that then never does not remain forever। दुर्भाषा से करत ठगौरी, जादव ए फल पाए, because of भगवान कृष्ण सन सांब, जिहदा आउना ही बड़ी मुश्किल नाल होया, क्योंकि his mother, if I'm not wrong, Sat was the son of Satyabhama or Jambavanti, I'm not sure, one of them। And Maharaj explained to her, son is not written for you। She said, I want a son exactly like Pradyuman, Rukmani's son। मैनू इहो जिहा ही चाहिदा है, तुसी समर्थ पुरुष हो। तो महाराज से सानू फिर मंगना पेगा, क्योंकि तेरा लिखिया नहीं। फिर भगवान शिव की आराधना की, तो भगवान शिव नू प्रगट किया, तो भगवान शिव ने आख्या कृष्ण की लैना तू, और मंग की मंगना। तो कृष्ण जी ने मंगया कि मैनू एक पुत्र दो। तो शिव जी हसे, कहते कृष्ण यह भी कोई गल सी, तू तेरे हाथ है सारा कुछ, तुसी आप समर्थ पुरुष हो, कैन यू नॉट आस्क द लॉर्ड फॉर अ सन? नहीं लैना मैं तुहाडे कोल ही। तो शिव जी सोच के कहते ने, सोच लै मेरा काम वे नाश करना, जे पुत्र आएगा तो मैं ही अवतार धार के आवांगा, तो मेरा काम है नाश करना, आई एम द डिस्ट्रॉयर। भगवान कृष्ण कहते ने बस मैं यही चाहता, क्योंकि पता सी फ्यूचर का की होना है। दुर्भाषा से करत ठगौरी, जादव ए फल पाए, ते कृपा करी। सांब was the यादव who went to दुर्भाषा जी ते जो जो संत सरापिया से फिर भवंदे, यह भी उन्हों की लीला। दुर्भाषा सो करत ठगौरी, जादव ए फल पाए। हुण असीं सारिਆਂ ने यही रल के अरदास करनी है कि let us not spend time wasting time competing with others, being jealous of others। असी अपना जो महाराज जी किले वाले सानू सौंपिया है, तो बड़ा कुछ दिता है, असी उहदे विच संतुष्ट ते संतोख दे नाल अपना टाइम पास करिए। किरपा करी जन अपने ऊपर, महाराज की कृपा साडे ते होए, ते नाम देव हर गुण गाए। सो ऐसे महाराज नू असी मनाना है। तू दाना तू बीना, मैं विचार क्या करी। तू दाना तू बीना, मैं विचार क्या करी। तू दाना तू बीना, मैं विचार क्या करी। नामे चे स्वामी, नामे चे स्वामी, बख्शंद तू हरी। तू दाना तू बीना, मैं विचार क्या करी।
बख्शंद तू हरी, तू दाना तू बीना। तेरा नाम खुद करा, मैं दिले की टेक तेरा नाम खुद करा। मैं गरीब मैं मुस्कीन, तेरा नाम तेरा नाम है अदारा। तू दाना तू बीना, मैं विचार क्या करी। तू दाना तू बीना, मैं विचार क्या करी। ना मेरे स्वामी, ना मेरे स्वामी, बख्शद तू हरी, तू दाना तू बीना। करीमा रहीमा अल्लाह तू गनी, करीमा रहीमा अल्लाह दरपेश तू मनी, दरपेश तू मनी। तू दाना तू बीना, मैं विचार क्या करी। तू दाना तू बीना, मैं विचार क्या करी। बख्शंद तू हरी, तू दाना तू बीना। दरिया तू देहात तू बिस्या तू धनी, दरिया तू देहात तू बिस्या तू धनी। तू निगल
विचार क्या करी नामे चे स्वामी नामे चे स्वामी बख्शत तू हरी तू दाना तू भी मैं विचार क्या करी तू दाना तू बीना मैं विचार क्या करी नामे चे स्वामी नामे चे स्वामी बख्शत तू हरी तू दाना तू बीना तू दाना तू बीना तू दाना तू बीना तू बीना तू बिना मैं विचार क्या करी वाहिगुरु जी का ਖਾਲਸਾ ਵਾਹਿਗੁਰੂ ਜੀ ਕੀ ਫਤਿਹ। बोले सो निहाल। ਸਤਿ ਸ੍ਰੀ ਅਕਾਲ। Bole Sodial. ਸਤਿ ਸ੍ਰੀ ਅਕਾਲ। ਸ਼ਾਬਾਸ਼। ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸਮ ਤੇ ਆਈਐ ਜੋ ਡਿਠੇ ਸਭ ਦੁਖ ਜਾਈ ਤੇਗ ਬਹਾਦਰ ਸਿਮਰਿਐ ਕਾਰਨ ਨਿਦਾ ਵੈ ਧਾਈ ਸਭ ਥਾਈ ਹੋਏ ਜੀ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਜੀ ਸਹਾਈ ਦਸਾਂ ਪਾਤਸ਼ਾਹ ਜੀ ਕੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ 40 ਮੁਕਤਿਆਂ 8 ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਈ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੱਡੇ ਦਾ ਨਾਰਿਆਂ ਨਾਲ ਚਿਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਜ ਦੇਖਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਸਾਹ ਦਾਨ ਬਵੇਕ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਬਾਦੇ ਰਾਖੇ ਆਪ ਕਾਲ ਪੁਰਖ ਮਿਹਰਬਾਨ ਦਾ ਦਾਰ ਪਿਤਾ ਜੀ ਆਪਣੇ ਖਾਲਸਾ ਪੰਥ ਦੇ ਸਦਾ ਸਹਾਈ ਦਾ ਦਾਰ ਪਿਤਾ ਜੀ ਉਸੇ ਨਨਕਾਣਾ ਸਾਹਿਬ ਤੇ ਹੋਰ ਵੀ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜਿੱਦੇ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੀ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਿਹਰਬਾਨ ਦਾ ਤਾਰ ਪਿਤਾ ਜੀ ਉਹ ਧੰਨ ਧੰਨ ਹਜੂਰ ਗਰੀ ਨਵਾਜ ਕਿਲੇ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕੀ ਪਾਰ ਕਿਰਪਾ ਹੋਈ ਸੰਧਿਆ ਵੇਲੇ ਆਪ ਜੀ ਕੀ ਸੁੰਦਰ ਦੀਵਾਨ ਸਜੇ ਆਪ ਜੀ ਕੀ ਹਰ ਜਸ ਕਥਾ ਕੀਰਤਨ ਗੁਰਦਾਸ ਗੁਰਮਤਿ ਵਿਚਾਰਾਂ ਹੋਈਆਂ ਉਪਰੰਤ ਨਾਨਕ ਸਾਹਿਬ ਜੀ ਕੀ 6 ਪੌੜੀਆਂ ਜੀ ਕੀ ਜਾਪ ਹੋਈ ਬਾਣੀ ਪੜ੍ਹਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਲਗਾ ਮਾਤਰ ਭੁੱਲ ਜੋਗਾ ਆਪਣੇ ਚਰਨ ਕਮਲਾ ਪਾਸ ਬਖਸ਼ ਲੈਣਾ ਅੱਗੇ ਤੋਂ ਸੁਮਤ ਬਖਸ਼ਣੀ ਦਾ ਤਾਰ ਪਿਤਾ ਜੀ ਆਪ ਜੀ ਕੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਜੀ ਕੀ ਦੇਗ ਹਾਜ਼ਰ ਹੈ ਆਪ ਦਰ ਪ੍ਰਵਾਨ ਹੋਈ ਆਪ ਜੀ ਨੂੰ ਭੋਗ ਲੱਗੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਦਾ ਤਾਰ ਪਿਤਾ ਜੀ ਹੋ ਆਪ ਜੀ ਕੇ ਦਰ ਕਰਦੇ ਪ੍ਰੀਤਵਾਨ ਸਰਦਾਰ ਬਲਬੀਰ ਸਿੰਘ ਜੀ ਬਜਾਜ ਸਮੇਤ ਪਰਿਵਾਰ ਮਿਹਰ ਬਖਸ਼ੀ ਮੰਗਦੇ ਹੋਇਆਂ ਅਤੇ ਨਰੂਲਾ ਪਰਿਵਾਰ ਸਿੰਗਾਪੁਰ ਤੋਂ ਸਰਦਾਰ ਹਰੀ ਸਿੰਘ ਜੀ ਨਰੂਲਾ ਆਪਣੀ ਧਰਮ ਪਤਨੀ ਬੀਬੀ ਅੰਮ੍ਰਿਤ ਕੌਰ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਿਹਰ ਬਖਸ਼ੀ ਮੰਗਦੇ ਹੋਇਆਂ ਸਰਦਾਰ ਕੁਲਬੀਰ ਸਿੰਘ ਜੀ ਚਾਵਲਾ ਸਰਬੱਤ ਦੇ ਭਲੇ ਲਈ ਮਿਹਰ ਬਖਸ਼ੀ ਮੰਗਦੇ ਹਨ ਪਿਆਰਿਆਂ ਵੱਲੋਂ ਕੜਾਹ ਪ੍ਰਸ਼ਾਦ ਜੀ ਕੀ ਦੇਗਾਂ ਵਿੱਚ ਹਿੱਸੇ ਪਾ ਰਹੇ ਹਨ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਅਨੇਕਾਂ ਪ੍ਰਕਾਰ ਦੇ ਪ੍ਰਸ਼ਾਦ ਹਾਜ਼ਰ ਹੋਣ ਆਪ ਜੀ ਦੇ ਦਰਬਾਰ ਦੀਆਂ ਸੇਵਾਵਾਂ ਹੋ ਰਹੀਆਂ ਹਨ
ਹੋਰ ਵੀ ਜੋ ਮਾਈ ਭਾਈ ਤਿਲ ਫੁੱਲ ਭੇਟਾਵਾਂ ਲੈ ਕੇ ਤਨ ਕਰਕੇ ਮਨ ਕਰਕੇ ਧਨ ਕਰਕੇ ਆਪ ਜੀ ਕੇ ਦਰਬਾਰ ਦੀਆਂ ਸੇਵਾਵਾਂ ਕਰ ਰਹੇ ਹਨ। ਸਰਬਤ ਸੰਗਤ ਦੀਆਂ ਸਰਬਤ ਸੇਵਾਵਾਂ ਹਾਜ਼ਰੀਆਂ ਤਿਲ ਫੁੱਲ ਭੇਟਾ ਕੀਤਾ ਹੋਇਆ ਹਾਜ਼ਰੀ ਦਰ ਪ੍ਰਵਾਨ ਕਰਨੀ। ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਇਸ਼ਨਾਨ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦਾਤ ਬਖਸ਼ਣੀ, ਸਰੀਰਾਂ ਦੀਆਂ ਤੰਦਰੁਸਤੀਆਂ ਬਖਸ਼ਣੀਆਂ, ਦੇਹ ਆਰੋਗਤਾ ਦੀ ਦਾਨ ਬਖਸ਼ਣੇ, ਕੀਰਤਨ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰਜ ਰਾਸ ਕਰਨੇ, ਨਗਰ ਖੇੜੇ ਸੁਖ ਸ਼ਾਂਤੀ ਵਰਤੋਣੀ। ਜੀਓ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰੋ। ਆਪ ਦਰ ਤੇ ਜੋ ਜੀ ਆਵੇ ਸੋ ਰਾਜੀ ਜਾਵੇ, ਸੁਖ ਹੋਵੇ ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹ